ਸਪਨਾ ਚਾਮੜੀਆ ਦੀ ਕਿਤਾਬ ਰੋਜ਼ ਵਾਲੀ ਔਰਤ ਦਾ ਪੰਜਾਬੀ ਅਨੁਵਾਦ ਮੈਨੂੰ ਛੁੱਟੀ ਚਾਹੀਦੀ ਹੈ। ਇਹ ਅਨੁਵਾਦ ਕੀਤਾ ਹੈ ਨੀਤੂ ਅਰੋੜਾ ਜੀ ਦੁਆਰਾ। ਕਿਤਾਬ ਸ਼ੁਰੂ ਕਰਨ ਤੋਂ ਪਹਿਲਾਂ ਇਸ ਕਿਤਾਬ ਨੂੰ ਚੁਣਨ ਅਤੇ ਅਨੁਵਾਦ ਕਰਨ ਬਾਰੇ ਨੀਤੂ ਅਰੋੜਾ ਜੀ ਵੱਲੋਂ ਪਹਿਲਾ ਸਿਰਲੇਖ ਹੈ। ਇਸ ਕਿਤਾਬ ਨੇ ਮੈਨੂੰ ਕਿਵੇਂ ਚੁਣਿਆ? ਇੱਕ ਸਮਾਗਮ ਵਿੱਚ ਕਿਤਾਬਾਂ ਦੀ ਸਟਾਲ ਉੱਤੇ ਮੇਰੀ ਨਿਗਾਹ ਅਚਾਨਕ ਇੱਕ ਟਾਈਟਲ ਤੇ ਟਿਕ ਜਾਂਦੀ ਹੈ। ਕਿਤਾਬ ਦਾ ਟਾਈਟਲ ਹੈ ਰੋਜ਼ ਵਾਲੀ ਔਰਤ। ਇਹ ਹਿੰਦੀ ਵਿੱਚ ਹੈ ਅਤੇ ਕਿਸੇ ਸਪਨਾ ਚਾਮੜੀਆ ਨਾਂ ਦੀ ਔਰਤ ਦੀ ਡਾਇਰੀ ਹੈ। ਮੈਂ ਇਸ ਲੇਖਿਕਾ ਦਾ ਨਾਂ ਵੀ ਕਦੇ ਨਹੀਂ ਸੁਣਿਆ, ਪਰ ਕਿਤਾਬ ਦਾ ਟਾਈਟਲ ਮੈਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ। ਹੋਰ ਸਾਰੀਆਂ ਕਿਤਾਬਾਂ ਵਿੱਚੋਂ ਇਸ ਕਿਤਾਬ ਨੂੰ ਚੁੱਕ ਕੇ ਦੇਖਣ ਲੱਗਦੀ ਹਾਂ। ਬੈਕ ਜਿਲਦ ਉੱਤੇ ਇੱਕ ਬਹੁਤ ਸਾਦਾ ਜਿਹੇ ਚਿਹਰੇ ਵਾਲੀ ਔਰਤ ਦੀ ਬਹੁਤ ਸਾਦਾ ਜਿਹੀ ਤਸਵੀਰ ਹੈ, ਜਿਵੇਂ ਬਿਨਾਂ ਕਿਸੇ ਉਚੇਚ ਤੋਂ ਖਿਚਵਾਈ ਗਈ ਹੁੰਦੀ ਹੈ। ਤਸਵੀਰ ਦੇ ਨਾਲ ਲੇਖਿਕਾ ਨੇ ਆਪਣੀ 3 ਸਤਰਾਂ ਵਿੱਚ ਲਿਖੀ ਜਾਣ ਪਛਾਣ ਵਿੱਚ ਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ ਉਹ ਆਪਣੀ ਵਿਚਾਰਧਾਰਾ ਬਾਰੇ ਕੋਈ ਘੋਸ਼ਣਾ ਨਹੀਂ ਕਰ ਸਕਦੀ, ਕਿਉਂਕਿ ਵਿਚਾਰਧਾਰਾ ਰਚਨਾ ਵਿੱਚ ਸਮਾਈ ਹੁੰਦੀ ਹੈ ਅਤੇ ਸਵੈ ਸਪਸ਼ਟ ਹੁੰਦੀ ਹੈ। ਮੈਂ ਅਜਿਹੀਆਂ ਅਨੇਕਾਂ ਵਿਚਾਰਧਾਰਕ ਘੋਸ਼ਣਾਵਾਂ ਨਾਲ ਟਕਰਾ ਜ਼ਖਮੀ ਹੁੰਦੀ ਰਹੀ ਹਾਂ। ਮੈਨੂੰ ਅਕਸਰ ਲੱਗਦਾ ਕਿ ਬਹੁਤਾ ਕੁਝ ਇਹਨਾਂ ਘੋਸ਼ਣਾਵਾਂ ਤੋਂ ਬਾਹਰ ਰਹਿ ਜਾਂਦਾ ਹੈ। ਜਦੋਂ ਇਹਨਾਂ ਵਿਚਾਰਧਾਰਾਵਾਂ ਦੇ ਵਕੀਲਾਂ ਨਾਲ ਇੱਕ ਔਰਤ ਦਾ ਵਾਹ ਪੈਂਦਾ ਤਾਂ ਇਹ ਸਭ ਇੱਕੋ ਜਿਹੀਆਂ ਹੀ ਨਜ਼ਰ ਆਉਂਦੀਆਂ। ਸੋ ਲੇਖਿਕਾ ਦੀ ਇਸ ਗੱਲ ਨੇ ਵੀ ਮੈਨੂੰ ਆਕਰਸ਼ਿਤ ਕੀਤਾ ਤੇ ਮੈਂ ਇਸ ਕਿਤਾਬ ਨੂੰ ਆਪਣੇ ਨਾਲ ਲੈ ਆਈ। ਜਦ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਇੱਕੋ ਬੈਠਕ ਵਿੱਚ ਮੁਕਾ ਦਿੱਤਾ। ਕਿਤਾਬ ਤਾਂ ਮੁੱਕ ਗਈ, ਪਰ ਮੇਰੇ ਹੱਥ ਇਸ ਨੂੰ ਛੱਡ ਨਹੀਂ ਸਕੇ। ਇੰਜ ਲੱਗਾ ਜਿਵੇਂ ਕੋਈ ਅਜਿਹੀ ਸ਼ੈ ਮੇਰੇ ਹੱਥ ਆ ਗਈ ਹੋਵੇ ਜਿਸ ਲਈ ਮੈਂ ਵਰ੍ਹਿਆਂ ਤੋਂ ਤੜਫ ਰਹੀ ਸਾਂ। ਜਿਵੇਂ ਮੈਂ ਆਪਣੇ ਆਪ ਨੂੰ, ਆਪਣੇ ਘਰ, ਆਪਣੇ ਰਿਸ਼ਤਿਆਂ ਨੂੰ ਅਲਫ ਨੰਗੇ ਦੇਖ ਲਿਆ ਹੋਵੇ। ਪਿਛਲੇ ਕੁਝ ਵਰ੍ਹਿਆਂ ਤੋਂ ਔਰਤ ਹੋਣ ਦੀ ਪੀੜਾ ਵਿੱਚ ਮੇਰੀ ਰੂਹ ਜਿਵੇਂ ਅੰਬਰਾਂ ਤੱਕ ਰੋ ਰਹੀ ਸੀ। ਉਸ ਰੋਣੇ ਨੂੰ ਜਿਵੇਂ ਹਰਫ ਮਿਲ ਗਏ ਹੋਣ। ਔਰਤ ਜੀਵਨ ਬਾਰੇ ਕਾਫੀ ਕਵਿਤਾਵਾਂ, ਨਾਵਲ, ਕਹਾਣੀਆਂ ਅਤੇ ਸਿਧਾਂਤਕ ਪੋਥੀਆਂ ਪੜ੍ਹ ਲੈਣ ਤੋਂ ਬਾਅਦ ਵੀ ਮੈਨੂੰ ਇਸ ਡਾਇਰੀ ਵਰਗੀ ਸਿੱਧੀ ਗੱਲ ਕਰਨ ਵਾਲੀ ਕੋਈ ਕਿਤਾਬ ਨਹੀਂ ਮਿਲੀ। ਇਸੇ ਲਈ ਇਸ ਕਿਤਾਬ ਨੇ ਮੇਰੇ ਬਾਰੇ ਇਹ ਫੈਸਲਾ ਸੁਣਾਇਆ ਕਿ ਮੈਂ ਇਸ ਨੂੰ ਹੋਰ ਪਾਠਕਾਂ ਤੱਕ ਲੈ ਕੇ ਜਾਵਾਂਗੀ। ਮੈਂ ਆਪਣੀ ਮਾਂ ਅਤੇ ਸੱਸ ਨੂੰ ਇਹ ਕਿਤਾਬ ਪੜ੍ਹਾਉਣਾ ਚਾਹੁੰਦੀ ਹਾਂ। ਆਪਣੀਆਂ ਭਾਬੀਆਂ ਅਤੇ ਨਨਾਣਾਂ ਨੂੰ ਇਹ ਤੋਹਫ਼ੇ ਵਜੋਂ ਦੇਣਾ ਚਾਹੁੰਦੀ ਹਾਂ। ਆਪਣੀਆਂ ਕੁਲੀਗਸ ਨੂੰ ਨਾਟਕਾਂ ਦੀਆਂ ਕਿਸ਼ਤਾਂ ਵਾਂਗੂ ਬਾਂਹ ਫੜ ਜ਼ਬਰਦਸਤੀ ਸੁਣਾਉਣਾ ਚਾਹੁੰਦੀ ਹਾਂ। ਆਪਣੀਆਂ ਅਣਜੰਮੀਆਂ ਧੀਆਂ ਲਈ ਇਸ ਨੂੰ ਵਸੀਹਤ ਵਿੱਚ ਲਿਖ ਦੇਣਾ ਚਾਹੁੰਦੀ ਹਾਂ ਅਤੇ ਆਪਣੀਆਂ ਵਿਦਿਆਰਥਣਾਂ ਨੂੰ ਸਬਕ ਵਾਂਗ ਯਾਦ ਕਰਵਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਆਪਣੇ ਭਰਾਵਾਂ ਦੇ ਗੁੱਟ ਉੱਤੇ ਇਸ ਕਿਤਾਬ ਨੂੰ ਰੱਖੜੀ ਵਾਂਗ ਬੰਨ੍ਹ ਦੇਵਾਂ ਤਾਂ ਜੋ ਭਾਬੀਆਂ ਅਤੇ ਭਤੀਜੀਆਂ ਮੁਕਤੀ ਦਾ ਨਾਚ ਨੱਚ ਸਕਣ। ਪਿਤਾ ਦੀ ਹਿਸਾਬ ਕਿਤਾਬ ਵਾਲੀ ਉਸ ਵਹੀ ਵਿੱਚ ਰੱਖ ਦੇਵਾਂ ਜਿਸ ਨੂੰ ਉਹ ਬਹੁਤ ਧਿਆਨ ਨਾਲ ਵਾਚਦਾ ਅਤੇ ਸਮਝਦਾ ਹੈ। ਸ਼ਾਇਦ ਉਸ ਵੱਲ ਮਾਂ ਸਮੇਤ ਮੇਰੇ ਜੀਵਨ ਦਾ ਵੀ ਕੋਈ ਬਕਾਇਆ ਨਿਕਲਦਾ ਹੋਵੇ। ਸਮਾਜ ਦੀਆਂ ਦਿੱਤੀਆਂ ਪੀੜਾਂ ਦਾ ਸ਼ੁਕਰਾਨਾ ਇਸ ਕਿਤਾਬ ਦੇ ਤੋਹਫ਼ੇ ਰਾਹੀਂ ਕਰਾਂ, ਕਿਉਂਕਿ ਰੂਹ ਦੇ ਅੰਬਰਾਂ ਤੱਕ ਰੋਣ ਲਈ ਖਾਸ ਪੀੜਾਂ ਦੀ ਲੋੜ ਹੁੰਦੀ ਹੈ। ਆਪਣੇ ਪਤੀ ਰਤੇਸ਼ ਨੂੰ ਆਖਾਂ ਕਿ ਆ ਉਹਨਾਂ ਪਲਾਂ ਵਿੱਚ ਚੱਲੀਏ ਜਿੱਥੇ ਤੂੰ ਰੂਮਮੇਟਸ ਹੋਣ ਬਾਰੇ ਸੋਚਿਆ ਸੀ ਅਤੇ ਉਸ ਸੁਨਹਿਰੀ ਪਲ ਵਿੱਚ ਬੈਠ ਇਸ ਕਿਤਾਬ ਦਾ ਪਾਠ ਕਰੀਏ। ਅਗਲਾ ਸਿਰਲੇਖ ਹੈ ਤੁਹਾਡੀ ਅਸੁਵਿਧਾ ਲਈ। ਮੈਨੂੰ ਅਨੁਵਾਦ ਦੇ ਸਿਧਾਂਤ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਇਸ ਡਾਇਰੀ ਨੂੰ ਮਿਲਣ ਤੋਂ ਪਹਿਲਾਂ ਮੈਂ ਕਦੇ ਅਨੁਵਾਦ ਬਾਰੇ ਸੋਚਿਆ ਵੀ ਨਹੀਂ। ਫਿਰ ਜਦੋਂ ਅਚਾਨਕ ਇਸ ਡਾਇਰੀ ਦਾ ਅਨੁਵਾਦ ਸ਼ੁਰੂ ਕੀਤਾ
ਤਾਂ ਮੇਰੇ ਸਾਹਮਣੇ ਸਭ ਤੋਂ ਪਹਿਲਾ ਨੁਕਤਾ ਇਹ ਸੀ ਕਿ ਇਹ ਕਿਤਾਬ ਪੰਜਾਬੀ ਵਿੱਚ ਹੋਣੀ ਚਾਹੀਦੀ ਹੈ ਅਤੇ ਸਾਡੇ ਲੋਕਾਂ ਨੂੰ ਪੜ੍ਹਨੀ ਚਾਹੀਦੀ ਹੈ। ਅਨੁਵਾਦ ਕਰਦਿਆਂ ਜੋ ਵਿਹਾਰਕ ਸਵਾਲ ਪੈਦਾ ਹੁੰਦੇ ਰਹੇ, ਉਹਨਾਂ ਦੇ ਸਿਧਾਂਤਕ ਜਵਾਬ ਮੈਂ ਆਪਣੇ ਕਾਰਜ ਦੌਰਾਨ ਬਹੁਤੇ ਨਹੀਂ ਲੱਭ ਸਕੀ। ਕਿਤੇ ਪੜ੍ਹਿਆ ਸੀ ਕਿ ਅਨੁਵਾਦਕ ਨੂੰ ਆਪਣੇ ਧੜ ਉੱਤੇ ਲੇਖਕ ਦਾ ਸਿਰ ਰੱਖਣਾ ਪੈਂਦਾ ਹੈ। ਜਦੋਂ ਇਸ ਡਾਇਰੀ ਨੇ ਮੈਨੂੰ ਚੁਣਿਆ ਤਾਂ ਇਸ ਚੋਣ ਦਾ ਆਧਾਰ ਹੀ ਇਹ ਸੀ ਕਿ ਮੇਰੇ ਧੜ ਤੇ ਸਪਨਾ ਜੀ ਦੇ ਸਿਰ ਵਰਗਾ ਸਿਰ ਸੀ ਅਤੇ ਅਜਿਹਾ ਹੋਣ ਦਾ ਕਾਰਨ ਇਹ ਬਣਦਾ ਹੈ ਕਿ ਸਾਡੇ ਪੈਰ ਇੱਕੋ ਤਰ੍ਹਾਂ ਦੀ ਭੌਂ ਉੱਤੇ ਤੁਰ ਰਹੇ ਸਨ। ਮੈਂ ਦੇਖਿਆ ਕਿ ਕਿਤੇ ਲੇਖਿਕਾ ਕਿਸੇ ਵਿਸ਼ੇ ਤੇ ਗੱਲ ਕਰਦਿਆਂ ਅਚਾਨਕ ਗੱਲ ਬਦਲ ਲੈਂਦੀ ਹੈ। ਭੂਤ ਅਤੇ ਵਰਤਮਾਨ ਆਪੋ ਵਿੱਚ ਉਲਝ ਜਾਂਦੇ ਹਨ। ਹੈ ਅਚਾਨਕ ਸੀ ਵਿੱਚ ਬਦਲ ਜਾਂਦੇ। ਕਿਤੇ ਵਾਕ ਦੀ ਬਣਤਰ ਸਾਰੇ ਵਿਆਕਰਨ ਦਾ ਮੂੰਹ ਚੁੜਾਉਣ ਲੱਗਦੀ ਹੈ। ਕਿਤੇ ਲਹਿਜਾ ਇੰਨਾ ਗੱਲਬਾਤੀ ਤੇ ਕਈ ਵਾਰ ਅਸਪਸ਼ਟ ਵੀ ਹੋ ਜਾਂਦਾ ਹੈ ਕਿ ਅਰਥ ਪਹਿਲੀ ਵਾਰ ਵਿੱਚ ਸਮਝ ਨਹੀਂ ਆਉਂਦਾ। ਹੁਣ ਮੇਰੇ ਕੋਲ ਬਤੌਰ ਅਨੁਵਾਦਕ ਦੋ ਰਾਹ ਸਨ। ਇੱਕ ਤਾਂ ਇਹ ਕਿ ਮੈਂ ਆਪਣੀ ਸਾਰੀ ਸਿੱਖੀ ਸਿਖਾਈ ਵਿਆਕਰਨ, ਜੋ ਅਸਲ ਵਿੱਚ ਮੈਨੂੰ ਵੀ ਬਹੁਤੀ ਨਹੀਂ ਆਉਂਦੀ, ਦਾ ਇਸਤੇਮਾਲ ਕਰਾਂ। ਵਿਸ਼ੇ ਦੀ ਲੜੀ ਟੁੱਟ ਜਾਵੇ ਤਾਂ ਮੈਂ ਇਸ ਟੁੱਟੀ ਨੂੰ ਗੰਢ ਦੇਵਾਂ। ਦੂਜਾ ਇਹ ਕਿ ਮੈਂ ਇਸ ਨੂੰ ਮੂਲ ਰੂਪ ਦੇ ਨੇੜੇ ਰੱਖਾਂ। ਮੈਂ ਸੁਚੇਤ ਰੂਪ ਵਿੱਚ ਦੂਜਾ ਰਾਹ ਚੁਣਿਆ ਕਿਉਂਕਿ ਇਸ ਦੇ ਵਿਸ਼ੇ ਦਾ ਇਸ ਵਿਧੀ ਨਾਲ ਆਪਣੀ ਕਿਸਮ ਦਾ ਸੰਬੰਧ ਬਣਦਾ ਹੈ। ਸਪਨਾ ਜੀ ਨੇ ਇਸੇ ਡਾਇਰੀ ਵਿੱਚ ਲਿਖਿਆ ਹੈ ਕਿ ਜੇਕਰ ਉਸਨੂੰ ਲਿਖਣ ਦੇ ਸਮੇਂ ਸਮੇਤ ਜੀਵਨ ਵਿਚਲੀ ਹਰ ਚੀਜ਼ ਟੋਟਿਆਂ ਵਿੱਚ ਮਿਲੀ ਹੈ ਤਾਂ ਉਹ ਆਪਣੇ ਪਾਠਕਾਂ ਲਈ ਕਿਸੇ ਤਰ੍ਹਾਂ ਦੀ ਸੁਵਿਧਾ ਕਥਾ ਪੇਸ਼ ਨਹੀਂ ਕਰ ਸਕਦੀ। ਸੋ ਮੈਂ ਬਤੌਰ ਅਨੁਵਾਦਕ ਤੁਹਾਨੂੰ ਉਹੀ ਅਸੁਵਿਧਾ ਕਥਾ ਪੜ੍ਹਨ ਲਈ ਦਿੰਦੀ ਹਾਂ। ਉਮੀਦ ਹੈ ਤੁਸੀਂ ਇਸ ਸੁਵਿਧਾ ਪੂਰਵਕ ਪਾਠ ਕਰ ਵੀ ਲਵੋ ਤਾਂ ਵੀ ਇਹ ਤੁਹਾਡੇ ਜੀਵਨ ਵਿੱਚ ਥੋੜ੍ਹੀ ਬਹੁਤ ਅਸੁਵਿਧਾ ਜ਼ਰੂਰ ਪੈਦਾ ਕਰੇਗੀ। ਨੀਤੂ ਅਰੋੜਾ। ਭੂਮਿਕਾ। ਭਾਰਤੀ ਸਮਾਜ ਦੇ ਮੱਧ ਵਰਗੀ ਘਰਾਂ ਦੀਆਂ ਔਰਤਾਂ ਨੂੰ ਅੱਜ-ਕੱਲ੍ਹ ਹੋਮ ਮੇਕਰ ਆਖਿਆ ਜਾਂਦਾ ਹੈ। ਇਸ ਹੋਮ ਮੇਕਰ ਦਾ ਆਪਣਾ ਨਿੱਜੀ ਘਰ ਦੇ ਬਾਕੀ ਲੋਕਾਂ ਨਾਲ ਉਸ ਦੇ ਸੰਬੰਧ ਨਿਭਾਉਣ ਦੇ ਦ੍ਰਿਸ਼ਾਂ ਥੱਲੇ ਦੱਬਿਆ ਰਹਿ ਜਾਂਦਾ ਹੈ। ਇੱਕ ਔਰਤ ਕਿਸੇ ਦੀ ਪਤਨੀ ਹੁੰਦਿਆਂ ਵੀ ਇੱਕ ਔਰਤ ਹੋਣ ਦੇ ਨਾਂ ਤੇ ਆਪਣੇ ਮਨ ਵਿੱਚ ਕੁਝ ਬੁਣਦੀ ਰਹਿੰਦੀ ਹੈ। ਬੱਚਿਆਂ ਨਾਲ ਆਪਣੇ ਰਿਸ਼ਤੇ ਨਿਭਾਉਂਦਿਆਂ ਵੀ ਆਪਣੀ ਢਲਦੀ ਉਮਰ ਵੱਲੋਂ ਬੇਪਰਵਾਹ ਕੁਝ ਗੁਣਗੁਣਾਉਂਦੀ ਰਹਿਣਾ ਚਾਹੁੰਦੀ ਹੈ। ਉਹ ਗੁਣਗੁਣਾਉਂਦੀ ਵੀ ਹੈ ਪਰ ਉਸਨੂੰ ਸੁਣਦੀ ਉਹ ਮਹਿਜ ਆਪ ਹੀ ਹੈ। ਉਸ ਔਰਤ ਨੂੰ ਜੇ ਕੋਈ ਹੋਰ ਸੁਣ ਸਕਦੀ ਹੈ ਤਾਂ ਉਹ ਇੱਕ ਔਰਤ ਹੀ ਹੁੰਦੀ ਹੈ। ਉਹ ਔਰਤ ਚਾਹੇ ਘਰ ਵਿੱਚ ਕੰਮ ਕਰਨ ਵਾਲੀ ਬਾਈ ਹੋਵੇ, ਕੋਈ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਭਾਬੀ ਜਾਂ ਭੈਣ ਹੋਵੇ ਜਾਂ ਫਿਰ ਕੋਈ ਗੁਆਂਢਣ। ਕਿਸੇ ਦਾ ਘਰ ਗੁਆਂਢ ਤਾਂ ਹੁੰਦਾ ਹੈ ਪਰ ਇੱਕ ਔਰਤ ਦਾ ਗੁਆਂਢ ਕੀ ਹੁੰਦਾ ਹੈ? ਔਰਤ ਦੀਆਂ ਅਣਗਿਣਤ ਕਹਾਣੀਆਂ ਹੀ ਉਹਨਾਂ ਨੂੰ ਇੱਕ ਦੂਜੇ ਦੀਆਂ ਗੁਆਂਢਣਾਂ ਹੋਣ ਦਾ ਅਹਿਸਾਸ ਕਰਵਾਉਂਦੀਆਂ ਹਨ। ਦਿਲ ਦੀ ਚੀਜ਼ ਦੀ ਆਵਾਜ਼, ਭਾਵਨਾਵਾਂ ਦੀ ਵਿਆਕੁਲਤਾ ਦਾ ਰੁਦਨ ਅਤੇ ਘਰ ਦੇ ਸੁਪਨਿਆਂ ਦੁਆਰਾ ਨਿੱਜ ਦਾ ਦਮਨ ਆਦਿ ਅਸਲ ਵਿੱਚ ਅਨੇਕਾਂ ਕਿੱਸਿਆਂ ਦੇ ਹਿੱਸੇ ਹੁੰਦੇ ਹਨ। ਔਰਤ ਦੀ ਡਾਇਰੀ ਦੇ ਰੂਪ ਵਿੱਚ ਇਸ ਲਿਖਤ ਰਾਹੀਂ ਹਰ ਔਰਤ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸਾਡੇ ਸਮਾਜ ਵਿੱਚ ਵਿਭਿੰਨ ਸੰਬੋਧਨਾਂ ਅਤੇ ਰੂਪਾਂ ਵਿੱਚ ਦੇਖੀ ਜਾਂ ਪਛਾਣੀ ਜਾਂਦੀ ਹੈ। ਪਿਛਲੇ ਦਿਨਾਂ ਵਿੱਚ ਇਸ ਘਰੇਲੂ ਔਰਤ ਦੀ ਡਾਇਰੀ ਨੇ ਜਿਸ ਤਰ੍ਹਾਂ ਵਿਸਥਾਰ ਕੀਤਾ ਹੈ ਉਸ ਨੂੰ ਔਰਤ ਦੀ ਆਜ਼ਾਦੀ ਦੇ ਰੂਪ ਵਜੋਂ ਦੇਖਿਆ ਜਾਂਦਾ ਹੈ। ਪਰ ਇਸ ਆਜ਼ਾਦੀ, ਸੁਤੰਤਰਤਾ ਅਤੇ ਨਾਰੀ ਸ਼ਕਤੀਕਰਨ ਆਦਿ ਦੇ ਰੌਲੇ ਵਿੱਚ ਔਰਤ ਦੇ ਪੈਣ ਵਾਲੇ ਬੋਝ ਲੁਕੇ ਰਹਿ ਜਾਂਦੇ ਹਨ। ਇਹ ਬੋਝ ਥੱਲੇ ਦੱਬੀ ਔਰਤ ਇਸ ਆਜ਼ਾਦੀ ਅਤੇ ਸ਼ਕਤੀਕਰਨ ਦੇ ਰੌਲੇ ਵਿੱਚ ਆਪਣੇ ਆਪ ਨੂੰ ਪ੍ਰਗਟ ਨਹੀਂ ਕਰ ਸਕਦੀ। ਰਸੋਈ ਉਸਦਾ ਪਿੱਛਾ ਨਹੀਂ ਛੱਡਦੀ, ਮਰਦ ਦਾ ਪਰਛਾਵਾਂ ਉਸਦਾ ਪਿੱਛਾ ਨਹੀਂ ਛੱਡਦਾ।
ਉਹ ਇਸ ਤਰ੍ਹਾਂ ਦਿਖਣ ਲੱਗਦੀ ਹੈ ਕਿ ਉਹ ਭੱਜੀ ਫਿਰਦੀ ਹੈ। ਹੱਫੀ ਹੋਈ ਘਰੋਂ ਕੰਮ ਉੱਤੇ ਜਾਂਦੀ ਹੈ ਅਤੇ ਹੱਫੀ ਹੋਈ ਕੰਮ ਤੋਂ ਘਰੇ ਆ ਕੇ ਦਰਵਾਜ਼ੇ ਖੋਲ੍ਹਦੀ ਹੈ। ਕੰਮ ਕਾਜ ਵਾਲੀ ਥਾਂ ਉਸਨੂੰ ਕੰਮ ਨਾਲ ਘੱਟ ਥਕਾਉਂਦੀ ਹੈ। ਉਹ ਤਿੱਖੀਆਂ ਨਜ਼ਰਾਂ, ਬੋਲਾਂ, ਤਾਨਿਆਂ ਅਤੇ ਆਜ਼ਾਦ ਹੋਣ ਬਾਰੇ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਦੇ ਸਾਹਾਂ ਨਾਲ ਜਿਉਂਦੀ ਹੈ। ਕਈ ਵਾਰ ਲੱਗਦਾ ਹੈ ਕਿ ਘਰ ਦੀ ਔਰਤ ਦਾ ਵਿਸਥਾਰ ਇਸ ਤਰ੍ਹਾਂ ਹੋਇਆ ਹੈ ਕਿ ਉਹ ਹੁਣ ਕੰਮ ਵਾਲੀਆਂ ਥਾਵਾਂ ਦੀ ਵੀ ਔਰਤ ਹੋ ਗਈ ਹੈ। ਇਹ ਵਰਤਾਰਾ ਉਸਨੂੰ ਔਰਤ ਦਾ ਹੋਣਾ ਨਹੀਂ ਭੁੱਲਣ ਦਿੰਦਾ। ਇਹ ਸਮਾਜ ਦੀਆਂ ਔਰਤਾਂ ਦੇ ਕਿੱਸਿਆਂ ਦੀ ਬਣੀ ਅਜਿਹੀ ਡਾਇਰੀ ਹੈ ਜਿਸ ਨਾਲ ਹਰ ਔਰਤ ਆਪਣੀ ਸਿਆਣ ਕਰ ਲੈਂਦੀ ਹੈ। ਉਹ ਉੱਥੇ ਖੁਦ ਨੂੰ ਹਾਜ਼ਰ ਮਹਿਸੂਸ ਕਰਦੀ ਹੈ। ਉਹ ਉੱਥੇ ਪ੍ਰਤੀਕਿਰਿਆ ਪੇਸ਼ ਕਰਦਿਆਂ ਲੰਬਾ ਸਾਹ ਲੈਂਦੀ ਹੈ। ਉਸਨੂੰ ਇੱਕ ਤਾਜ਼ੀ ਹਵਾ ਦਾ ਅਹਿਸਾਸ ਹੁੰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਉਸ ਔਰਤ ਨੂੰ ਸੁਣਨਾ ਉਹਨਾਂ ਨੂੰ ਵੀ ਚੰਗਾ ਲੱਗਦਾ ਹੈ ਜੋ ਉਸਦੇ ਨਾਲ ਰਹਿੰਦਿਆਂ, ਖਾਂਦਿਆਂ, ਪੀਂਦਿਆਂ ਅਤੇ ਸੌਂਦਿਆਂ ਵੀ ਉਸਦੇ ਮਨ ਦੀ ਗਹਿਰਾਈ ਤੱਕ ਨਹੀਂ ਪਹੁੰਚ ਸਕਦੇ। ਅਸਲ ਵਿੱਚ ਔਰਤ ਨੂੰ ਇਸ ਸਭ ਕਾਂਸੇ ਤੋਂ ਖਹਿੜਾ ਛੁਡਵਾਉਣ ਲਈ ਰਾਹ ਦੀ ਭਾਲ ਹੈ। ਜਿਹੜੇ ਆਪਣੀ ਰਾਜਨੀਤਿਕ ਸ਼ਬਦਾਵਲੀ ਵਿੱਚ ਉਸ ਔਰਤ ਨੂੰ ਉਸਦੇ ਪੂਰੇ ਵਿਅਕਤੀਤਵ ਨਾਲ ਸਾਹ ਲੈਣ ਦੀ ਹਮਾਇਤ ਕਰਦੇ ਹਨ, ਉਹਨਾਂ ਦੇ ਘਰਾਂ ਵਿੱਚ ਵੀ ਉਹ ਔਰਤ ਉਸੇ ਰੂਪ ਵਿੱਚ ਮਿਲਦੀ ਹੈ ਜਿਵੇਂ ਇਸ ਡਾਇਰੀ ਵਿਚਲੀ ਮੈਂ ਹੈ। ਗੁਆਂਢਣ ਅਤੇ ਰਿਸ਼ਤੇਦਾਰ ਔਰਤ ਕੰਮ ਕਰਨ ਵਾਲੀ ਬਾਈ ਹੈ। ਕੰਮ ਕਾਜ ਲਈ ਬਾਹਰ ਜਾਣ ਵਾਲੀ ਅਧਿਆਪਕਾ, ਸੇਲਜ਼ ਗਰਲ, ਪੈਟਰੋਲ ਪੰਪ ਉੱਤੇ ਕੰਮ ਕਰਦੀਆਂ ਔਰਤਾਂ, ਵਿਆਹੁਤਾ ਔਰਤਾਂ ਦੀ ਪਿਆਰ ਦੀ ਇੱਛਾ ਆਦਿ ਕਿੱਸਿਆਂ ਨਾਲ ਭਰੀ ਇਹ ਡਾਇਰੀ ਹੈ। ਅਨਿਲ ਚਾਮੜੀਆ। ਇਸ ਡਾਇਰੀ ਰੂਪੀ ਕਿਤਾਬ ਦੀ ਪਹਿਲਾ ਸਿਰਲੇਖ ਹੈ ਸਮੇਂ ਦੀ ਚੋਰੀ। ਮੇਰੀ ਕਲਮ ਅਕਸਰ ਚੋਰੀ ਹੋ ਜਾਂਦੀ ਹੈ ਅਤੇ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਚੋਰੀ ਘਰ ਵਿੱਚ ਹੀ ਹੁੰਦੀ ਹੈ। ਮੈਂ ਕਈ ਵਾਰ ਨਵੀਂ ਕਲਮ ਲੈ ਕੇ ਆਉਂਦੀ ਹਾਂ, ਪਰ ਫਿਰ ਉਹੀ ਹਾਦਸਾ, ਉਹੀ ਚੋਰੀ। ਜੇਕਰ ਕਲਮ ਮਿਲ ਵੀ ਜਾਵੇ ਤਾਂ ਬਿਲਕੁਲ ਖਾਲੀ ਹੁੰਦੀ ਹੈ, ਲਿਖਣ ਦੀ ਸਮਰੱਥਾ ਤੋਂ ਸੱਖਣੀ। ਇਹ ਟੁੰਡ ਮਰੁੰਡ ਜਿਹੀ ਮੇਰੇ ਵੱਲ ਵੇਖਦੀ ਹੈ ਅਤੇ ਮੈਂ ਇਸ ਵੱਲ। ਕਈ ਵਾਰ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਵੀ ਕਿਸੇ ਦੀ ਕਲਮ ਚੁਰਾ ਲਵਾਂ। ਫਿਰ ਸੋਚਦੀ ਹਾਂ, ਕਿਸੇ ਦੀ ਕਲਮ ਤਾਂ ਕਿਸੇ ਹੋਰ ਵਾਂਗੂ ਹੀ ਲਿਖੂ। ਦੂਜੇ ਦੀ ਕਲਮ ਨਾਲ ਆਪਣੀ ਗੱਲ ਕਿਵੇਂ ਆਖੀ ਜਾ ਸਕਦੀ ਹੈ? ਮੈਨੂੰ ਤਾਂ ਆਪਣੀ ਕਲਮ ਚਾਹੀਦੀ ਹੈ, ਪੂਰੀ ਆਪਣੀ ਕਲਮ। ਫਿਰ ਸੋਚਦੀ ਹਾਂ, ਜੇਕਰ ਸਲਾਮਤ ਕਲਮ ਪ੍ਰਾਪਤ ਕਰ ਵੀ ਲਵਾਂ ਤਾਂ ਮੇਰੇ ਕੋਲ ਸਮਾਂ ਕਿੱਥੇ ਹੈ, ਪੂਰਾ ਆਪਣਾ ਸਮਾਂ। ਕੁਝ ਲਿਖਣ ਲਈ ਆਪਣੀ ਠੀਕ ਕਲਮ ਮਿਲ ਵੀ ਜਾਵੇ ਤਾਂ ਸਮਾਂ ਮੈਨੂੰ ਚੋਰੀ ਕਰਨਾ ਪਵੇਗਾ, ਕਦੇ ਇੱਥੋਂ ਕਦੇ ਉੱਥੋਂ। ਇਸ ਤਰ੍ਹਾਂ ਇਹ ਚੋਰੀ ਦਾ ਸਮਾਂ ਮੇਰੇ ਆਪਣੇ ਮੁਕੰਮਲ ਸਮੇਂ ਦੇ ਰਾਹ ਵਿੱਚ ਖੜੋ ਜਾਵੇਗਾ। ਮੈਂ ਕੁਝ ਹੋਰ ਲਿਖਣਾ ਚਾਹਾਂਗੀ ਅਤੇ ਇਹ ਕੁਝ ਹੋਰ ਲਿਖਵਾਏਗਾ। ਇਸ ਤਰ੍ਹਾਂ ਮੇਰੇ ਲਈ ਮੁਕੰਮਲ ਆਪਣਾ ਸਮਾਂ ਅਤੇ ਮੁਕੰਮਲ ਆਪਣੀ ਕਲਮ ਹਾਸਲ ਕਰਨਾ ਔਖਾ ਕੰਮ ਹੈ। ਹੈਰਾਨੀ ਦੀ ਗੱਲ ਹੈ ਨਾ ਕਿ ਮੇਰੀ ਕਲਮ ਅਤੇ ਮੇਰਾ ਵਕਤ ਚੋਰੀ ਕਿਵੇਂ ਹੋਏ। ਹੁਣ ਤੁਸੀਂ ਜਿੰਨੀਆਂ ਮਰਜ਼ੀ ਟੱਕਰਾਂ ਮਾਰੋ, ਇਹਨਾਂ ਨੂੰ ਲੱਭ ਨਹੀਂ ਸਕਦੇ। ਇਹ ਚੋਰੀ ਇੱਥੇ ਇਸੇ 3 ਕਮਰਿਆਂ ਦੇ ਘਰ ਵਿੱਚ ਹੋਈ ਹੈ, ਪਰ ਤੁਸੀਂ ਮੇਰਾ ਚੋਰੀ ਹੋਇਆ ਸਮਾਨ ਨਹੀਂ ਲੱਭ ਸਕੋਗੇ। ਤੁਹਾਨੂੰ ਇਹ ਹੈਰਾਨੀ ਵਾਲੀ ਗੱਲ ਲੱਗਦੀ ਹੋਵੇਗੀ, ਪਰ ਇਹੋ ਜਿਹੀਆਂ ਹੈਰਾਨੀ ਭਰੀਆਂ ਘਟਨਾਵਾਂ ਮੇਰੇ ਨਾਲ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਠੀਕ ਉਵੇਂ ਜਿਵੇਂ ਔਰਤ ਦੀ ਬਰਾਬਰਤਾ ਦੇ ਨਾਅਰਿਆਂ ਨੂੰ ਸੱਚ ਸਮਝ ਕਈ ਔਰਤਾਂ ਘਰਾਂ ਵਿੱਚੋਂ ਨਿਕਲਦੀਆਂ ਅਤੇ ਕਈ ਤਰ੍ਹਾਂ ਦੇ ਬਲਾਤਕਾਰਾਂ ਦਾ ਬੋਝ ਲੈ ਘਰ ਪਰਤਦੀਆਂ, ਤੇ ਘਰਾਂ ਵਿੱਚ ਤਾਂ ਬਲਾਤਕਾਰ ਇੱਕ ਪੁਰਾਣੀ ਆਦਤ ਬਣ ਚੁੱਕੀ ਹੈ। ਜੇਕਰ ਤੁਸੀਂ ਮੇਰੀ ਜ਼ਿੰਦਗੀ ਨੂੰ ਦੇਖੋਗੇ ਤਾਂ ਇਸਨੂੰ ਇੱਧਰੋਂ ਉੱਧਰੋਂ ਕਈ ਥਾਵਾਂ ਤੋਂ ਟੁਕੜਿਆਂ ਦੇ ਰੂਪ ਵਿੱਚ ਇਕੱਠਾ ਕਰਨਾ ਪਵੇਗਾ। ਦਰਅਸਲ ਇਹ ਵੀ ਕੋਈ ਸਹੀ ਸਲਾਮਤ ਸ਼ੈ ਨਹੀਂ ਹੈ। ਇਸ ਨੂੰ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਕਿ ਮੇਰੀ ਜ਼ਿੰਦਗੀ ਅਜਿਹੇ ਕਈ ਹੈਰਾਨੀਜਨਕ ਹਾਦਸਿਆਂ ਨਾਲ ਭਰੀ ਹੋਈ ਹੈ। ਇਸ ਤਰ੍ਹਾਂ ਮੇਰੇ ਕੋਲ ਕੋਈ ਸਮਾਂ ਨਹੀਂ ਹੈ, ਕਿਉਂਕਿ ਮੈਂ ਕਿੱਤੇ ਵਜੋਂ ਵੰਗਾਰ ਕਰਨ ਵਾਲੀ ਔਰਤ ਹਾਂ।
ਮੇਰੀ ਉਮਰ 36 ਤੋਂ 60 ਦੇ ਦਰਮਿਆਨ ਕੋਈ ਵੀ ਹੋ ਸਕਦੀ ਹੈ। 25 ਸਾਲਾਂ ਤੱਕ ਮੈਨੂੰ ਨਿਯਮਿਤ ਰੂਪ ਵਿੱਚ ਵੰਗਾਰ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਫਿਰ ਇੱਕ ਵੱਡੇ ਸਮਾਰੋਹ ਵਿੱਚ ਮੈਨੂੰ ਮੇਰੇ ਮਾਲਕ ਦੇ ਹਵਾਲੇ ਕਰ ਦਿੱਤਾ ਗਿਆ। ਮੈਂ ਕਈ ਸਾਲਾਂ ਤੋਂ ਬਿਨਾਂ ਰੁਕਿਆਂ ਬਿਨਾਂ ਥੱਕਿਆਂ ਇੱਕ ਹੀ ਤਰ੍ਹਾਂ ਦੇ ਕੰਮ ਵਿੱਚ ਰੁੱਝੀ ਹੋਈ ਹਾਂ। ਹੌਲੀ ਹੌਲੀ ਮੈਂ ਉਸ ਕੰਮ ਵਿੱਚ ਮਾਹਰ ਹੋ ਰਹੀ ਹਾਂ। ਦਰਅਸਲ ਮੇਰਾ ਸੰਬੰਧ ਉਸ ਘਰਾਣੇ ਨਾਲ ਹੈ ਜਿਸ ਵਿੱਚ ਸਦੀਆਂ ਤੋਂ ਇਹ ਕੰਮ ਹੁੰਦਾ ਆ ਰਿਹਾ ਹੈ। ਤੁਹਾਨੂੰ ਮੇਰੇ ਘਰਾਣੇ ਨੂੰ ਵੀ ਥੋੜ੍ਹਾ ਸਮਝਣਾ ਪਵੇਗਾ। ਇਸ ਵਿੱਚ ਮੇਰੀ ਮਾਂ, ਦਾਦੀ ਅਤੇ ਨਾਨੀ ਹੀ ਨਹੀਂ ਆਉਂਦੀਆਂ, ਸਗੋਂ ਮੇਰੀ ਸੱਸ ਵੀ ਸ਼ਾਮਿਲ ਹੈ। ਹਾਂ, ਮੇਰੇ ਮਾਲਕ ਦਾ ਘਰਾਣਾ ਵੱਖਰਾ ਹੈ ਅਤੇ ਉਸ ਵਿੱਚ ਮੇਰਾ ਬਾਪ ਅਤੇ ਸਹੁਰਾ ਵੀ ਸ਼ਾਮਿਲ ਹਨ। ਉਸ ਦੇ ਘਰਾਣੇ ਵਿੱਚ ਬਹੁਤੀ ਏਕਤਾ ਹੈ। ਉਹ ਕਿਸੇ ਵੀ ਮਸਲੇ ਤੇ ਇੱਕੋ ਜਿਹੀ ਭਾਸ਼ਾ ਵਿੱਚ ਇੱਕੋ ਜਿਹੀਆਂ ਹੀ ਗੱਲਾਂ ਕਰਦੇ ਹਨ। ਮੁੱਦਾ ਜਾਂ ਸਮੱਸਿਆ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਉਹ ਅੰਤ ਵਿੱਚ ਇੱਕ ਥਾਂ ਉੱਤੇ ਹੀ ਪਹੁੰਚਦੇ ਹਨ। ਸਗੋਂ ਸਮੱਸਿਆ ਮੇਰੇ ਘਰਾਣੇ ਵਿੱਚੋਂ ਹੀ ਪੈਦਾ ਹੁੰਦੀ ਹੈ। ਮੇਰੇ ਘਰਾਣੇ ਵਿੱਚੋਂ ਹੀ ਕੁਝ ਲੋਕ ਪਾਲਾ ਬਦਲ ਲੈਂਦੇ ਹਨ ਅਤੇ ਹਰ ਮੁੱਦੇ ਉੱਤੇ ਦੂਜੇ ਘਰਾਣੇ ਅੱਗੇ ਹਾਂ ਜੀ ਕਰਨ ਲੱਗਦੇ ਹਨ। ਮੈਂ ਕਈ ਵਾਰ ਇਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਹਾਲੇ ਸਫਲਤਾ ਨਹੀਂ ਮਿਲੀ। ਜੇਕਰ ਅਸੀਂ ਇਕੱਠੇ ਹੋ ਕੇ ਆਪਣੀ ਗੱਲ ਆਖਦੀਆਂ ਤਾਂ ਘੱਟੋ ਘੱਟ ਸਾਡੀ ਨਿਊਨਤਮ ਮਜ਼ਦੂਰੀ ਤਾਂ ਤੈਅ ਹੋ ਜਾਂਦੀ। ਹਾਂ, ਤਾਂ ਗੱਲ ਮੇਰੇ ਸਮੇਂ ਦੀ ਹੋ ਰਹੀ ਸੀ। ਹੁਣ ਕਿਉਂਕਿ ਮੈਂ ਵਗਾਰ ਕਰਨ ਵਾਲੀ ਹਾਂ ਅਤੇ ਵਗਾਰ ਕਰਨ ਵਾਲੇ ਦੇ ਕੰਮ ਦਾ ਕੋਈ ਸਮਾਂ ਨਹੀਂ ਹੁੰਦਾ, ਮਾਲਕ ਨੂੰ ਹੱਕ ਹੈ ਕਿ ਉਹ ਮੈਨੂੰ ਜਦੋਂ ਚਾਹੇ ਕੰਮ ਵਿੱਚ ਲਾ ਸਕਦਾ ਹੈ, ਲਿਹਾਜ਼ਾ ਮੇਰੇ ਕੋਲ ਆਪਣਾ ਕੋਈ ਸਮਾਂ ਨਹੀਂ ਹੈ।